ਸਟਾਫ ਸਿਲੈਕਸ਼ਨ ਕਮਿਸ਼ਨ ਯਾਨੀ ਐਸਐਸਸੀ ਨੇ ਕਾਂਸਟੇਬਲ ਜੀਡੀ ਦੀ ਭਰਤੀ ਦਾ ਐਲਾਨ ਕਰ ਦਿੱਤਾ ਹੈ। ਤਾਂ ਚਲੋ ਅੱਜ ਆਪਾਂ ਇਸ ਦੇ ਸਰਕਾਰੀ ਨੋਟਿਸ ਦੀ ਹਰ ਇੱਕ ਬਾਰੀਕੀ ਨੂੰ ਬਿਲਕੁਲ ਸੌਖੇ ਢੰਗ ਨਾਲ ਸਮਝਦੇ ਹਾਂ। ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਅਸਾਮੀਆਂ ਦੀ। ਤੇ ਦੇਖੋ ਗੱਲ ਕੋਈ ਛੋਟੀ-ਮੋਟੀ ਨਹੀਂ ਹੈ, ਪੂਰੇ 25,487 ਅਹੁਦਿਆਂ ਦੀ ਹੈ। ਇਹ ਭਾਰਤ ਦੇ ਵੱਖ-ਵੱਖ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਜਿਵੇਂ ਕਿ ਬੀਐਸਐਫ, ਸੀਆਈਐਸਐਫ, ਸੀਆਰਪੀਐਫ ਇਹਨਾਂ ਸਾਰਿਆਂ ਵਿੱਚ ਸਿੱਧੀ ਭਰਤੀ ਦਾ ਇੱਕ ਬਹੁਤ ਵੱਡਾ ਇੱਕ ਸੁਨਹਿਰੀ ਮੌਕਾ ਹੈ। ਹੁਣ ਸਭ ਤੋਂ ਜ਼ਰੂਰੀ ਕੰਮ ਇਹ ਤਰੀਕਾ ਨਾ ਚੰਗੀ ਤਰ੍ਹਾਂ ਆਪਣੇ ਕੈਲੰਡਰ ਤੇ ਨੋਟ ਕਰ ਲਓ। ਦੇਖ ਆਖਰੀ ਤਾਰੀਖ ਹੈ 31 ਦਸੰਬਰ ਤੇ ਯਾਦ ਰੱਖਣਾ 21ਵੀਂ ਤਾਰੀਖ ਖੁੰਝ ਜਾਣ ਦਾ ਮਤਲਬ ਸਿੱਧਾ ਮੌਕਾ ਗਵਾਉਣਾ ਹੋ ਸਕਦਾ ਹੈ। ਚਲੋ ਜੀ, ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਭਰਤੀ ਦੇ ਮੌਕੇ ਦੀ ਕਿ ਇਹ ਅਸਲ ਵਿੱਚ ਕਿੰਨਾ ਵੱਡਾ ਤੇ ਕਿੰਨਾ ਅਹਿਮ ਹੈ। ਹੁਣ ਇਹ ਬੜੀ ਦਿਲਚਸਪ ਗੱਲ ਹੈ ਜਦੋਂ ਆਪਾਂ ਇਹਨਾਂ ਅਸਾਮੀਆਂ ਦੀ ਵੰਡ ਦੇਖਦੇ ਹਾਂ। ਦੇਖੋ ਸਭ ਤੋਂ ਵੱਧ ਮਤਲਬ ਲਗਭਗ 14,500 ਪੋਸਟਾਂ ਤਾਂ ਕੱਲੀ ਸੀਆਈਐਸਐਫ ਯਾਨੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਵਿੱਚ ਹੀ ਨੇ। ਇਸ ਤੋਂ ਬਾਅਦ ਫਿਰ ਸੀਆਰਪੀਐਫ ਤੇ ਐਸਐਸਬੀ ਦਾ ਨੰਬਰ ਆਉਂਦਾ ਹੈ। ਤਾਂ ਜਦੋਂ ਫੋਰਸ ਦੀ ਤਰਜੀਹ ਭਰਨੀ ਹੈ ਨਾ ਤਾਂ ਇਹਨਾਂ ਅੰਕੜਿਆਂ ਤੇ ਗੌਰ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਹਨਾਂ ਪੋਸਟਾਂ ਲਈ ਪੇ ਲੈਵਲ 3 ਲਾਗੂ ਹੁੰਦਾ ਹੈ, ਮਤਲਬ ਤਨਖਾਹ 21,700 ਰੁਪਏ ਤੋਂ ਸ਼ੁਰੂ ਹੋ ਕੇ 69,100 ਰੁਪਏ ਤੱਕ ਜਾਂਦੀ ਹੈ। ਤਾਂ ਕਹਿ ਸਕਦੇ ਹਾਂ ਕਿ ਇੱਕ ਸੁਰੱਖਿਅਤ ਭਵਿੱਖ ਦੀ ਨੀਂਹ ਇੱਥੋਂ ਰੱਖੀ ਜਾਂਦੀ ਹੈ। ਯੋਗਤਾ ਯਾਨੀ ਕਿ ਐਲੀਜੀਬਿਲਿਟੀ ਦੀਆਂ ਸ਼ਰਤਾਂ ਨੂੰ ਸਮਝਣ। ਪਹਿਲੀ, ਉਮੀਦਵਾਰ ਭਾਰਤ ਦਾ ਨਾਗਰਿਕ ਹੋਵੇ। ਦੂਜੀ, ਉਮਰ 18 ਤੋਂ 23 ਸਾਲ ਦੇ ਵਿਚਕਾਰ ਹੋਵੇ। ਤੇ ਤੀਜੀ, ਘੱਟੋ-ਘੱਟ 10ਵੀਂ ਪਾਸ ਕੀਤੀ ਹੋਵੇ। ਇੱਕ ਗੱਲ ਹੋਰ, ਇਹ ਸਾਰੀਆਂ ਸ਼ਰਤਾਂ 1 ਜਨਵਰੀ 2026 ਦੇ ਹਿਸਾਬ ਨਾਲ ਦੇਖੀਆਂ ਜਾਣਗੀਆਂ। ਪਰ ਹਾਂ, ਉਮਰ ਦੀ ਉੱਪਰਲੀ ਹੱਦ ਵਿੱਚ ਕੁਝ ਖਾਸ ਵਰਗਾਂ ਨੂੰ ਸਰਕਾਰੀ ਨਿਯਮਾਂ ਮੁਤਾਬਿਕ ਛੋਟ ਵੀ ਹੈ, ਜਿਵੇਂ ਆਪਾਂ ਇਸ ਟੇਬਲ ਵਿੱਚ ਸਾਫ਼-ਸਾਫ਼ ਦੇਖ ਸਕਦੇ ਹਾਂ। ਬਹੁਤ ਹੀ ਜ਼ਰੂਰੀ ਗੱਲ ਜਿਸ ਤੇ ਨੋਟਿਸ ਵਿੱਚ ਖਾਸ ਤੌਰ ਤੇ ਜ਼ੋਰ ਦਿੱਤਾ ਗਿਆ ਹੈ, ਇਸ ਨੂੰ ਬਸ ਗੰਢ ਬੰਨ੍ਹ ਲਓ। ਫਾਰਮ ਵਿੱਚ ਜਿਹੜਾ ਡੋਮਿਸਾਈਲ ਯਾਨੀ ਰਿਹਾਇਸ਼ੀ ਸੂਬੇ ਤੇ ਜ਼ਿਲ੍ਹੇ ਦਾ ਵੇਰਵਾ ਭਰਿਆ ਜਾਣਾ ਹੈ, ਉਹ ਅਸਲ ਸਰਟੀਫਿਕੇਟ ਨਾਲ ਬਿਲਕੁਲ, ਮੈਂ ਦੁਬਾਰਾ ਕਹਿ ਰਹੀ ਹਾਂ, ਬਿਲਕੁਲ ਮੇਲ ਖਾਣਾ ਚਾਹੀਦਾ ਹੈ। ਜੇ ਥੋੜਾ ਜਿਹਾ ਵੀ ਫਰਕ ਪਾਇਆ ਗਿਆ ਨਾ ਤਾਂ ਉਮੀਦਵਾਰੀ ਸਿੱਧੀ ਰੱਦ ਹੋ ਸਕਦੀ ਹੈ, ਕੋਈ ਦੂਜੀ ਗੱਲ ਨਹੀਂ। ਇੱਕ ਤਰ੍ਹਾਂ ਦੀ 4 ਪੜਾਵੀ ਕਸੌਟੀ ਹੈ, ਇੱਕ ਅਗਨੀ ਪ੍ਰੀਖਿਆ ਹੈ ਜਿਸ ਵਿੱਚੋਂ ਲੰਘ ਕੇ ਹੀ ਵਰਦੀ ਵਾਲੀ ਮੰਜ਼ਿਲ ਮਿਲਣੀ ਹੈ। ਤਾਂ ਕਿਹੜੇ ਨੇ ਇਹ 4 ਪੜਾਅ? ਦੇਖੋ, ਸਭ ਤੋਂ ਪਹਿਲਾ ਹੈ ਕੰਪਿਊਟਰ ਤੇ ਲਿਖਤੀ ਪ੍ਰੀਖਿਆ। ਜੇ ਇਹ ਪਾਸ ਹੋ ਗਈ ਤਾਂ ਫਿਰ ਹੋਵੇਗਾ ਸਰੀਰਕ ਟੈਸਟ। ਉਸ ਤੋਂ ਬਾਅਦ ਮੈਡੀਕਲ ਜਾਂਚ ਤੇ ਬਿਲਕੁਲ ਅਖੀਰ ਵਿੱਚ ਦਸਤਾਵੇਜ਼ਾਂ ਦੀ ਪੜਤਾਲ ਯਾਨੀ ਡਾਕੂਮੈਂਟ ਵੈਰੀਫਿਕੇਸ਼ਨ। ਤੇ ਇਹ ਗੱਲ ਸਾਫ਼ ਹੈ ਕਿ ਹਰ ਪੜਾਅ ਨੂੰ ਪਾਰ ਕਰਨਾ ਲਾਜ਼ਮੀ ਹੈ। ਆਓ ਪਹਿਲੇ ਪੜਾਅ ਯਾਨੀ ਕੰਪਿਊਟਰ ਬੇਸਡ ਐਗਜ਼ਾਮ ਨੂੰ ਥੋੜਾ ਖੋਲ ਕੇ ਦੇਖਦੇ ਹਾਂ। ਇਸ ਵਿੱਚ 4 ਹਿੱਸੇ ਹੋਣਗੇ ਤੇ ਹਰ ਹਿੱਸੇ 'ਚੋਂ 20-20 ਸਵਾਲ ਆਉਣਗੇ, ਮਤਲਬ ਕੁੱਲ ਹੋ ਗਏ 80 ਸਵਾਲ। ਪਰ ਸਮਾਂ ਮਿਲੇਗਾ ਸਿਰਫ 60 ਮਿੰਟ। ਹਿਸਾਬ ਲਾਓ, ਹਰ ਸਵਾਲ ਲਈ 1 ਮਿੰਟ ਤੋਂ ਵੀ ਘੱਟ। ਇਸ ਲਈ ਸਪੀਡ ਤੇ ਐਕਿਊਰੇਸੀ ਦੋਵਾਂ ਦਾ ਤਾਲਮੇਲ ਬਿਠਾਉਣਾ ਪਵੇਗਾ। ਤੇ ਇੱਕ ਹੋਰ ਬਹੁਤ ਜ਼ਰੂਰੀ ਗੱਲ, ਸਾਵਧਾਨ, ਇੱਥੇ ਨੈਗੇਟਿਵ ਮਾਰਕਿੰਗ ਵੀ ਹੈ। ਹਰ ਇੱਕ ਗਲਤ ਜਵਾਬ ਤੇ 0.25 ਨੰਬਰ ਕੱਟੇ ਜਾਣਗੇ। ਸਿੱਧਾ ਮਤਲਬ ਇਹ ਹੈ ਕਿ ਤੁੱਕਾ ਲਗਾਉਣ ਵਾਲੀ ਗਲਤੀ ਤੋਂ ਬਚਣਾ ਹੀ ਸਮਝਦਾਰੀ ਹੋਵੇਗੀ। ਚਲੋ, ਜਿਹੜੇ ਉਮੀਦਵਾਰ ਲਿਖਤੀ ਪ੍ਰੀਖਿਆ ਦਾ ਪਹਿਲਾ ਪੜਾਅ ਪਾਰ ਕਰ ਲੈਣਗੇ ਉਹਨਾਂ ਨੂੰ ਬੁਲਾਇਆ ਜਾਵੇਗਾ ਸਰੀਰਕ ਕੁਸ਼ਲਤਾ ਟੈਸਟ ਯਾਨੀ ਪੀਈਟੀ ਲਈ। ਇਸ ਵਿੱਚ ਮੁੱਖ ਤੌਰ ਤੇ ਦੌੜ ਹੁੰਦੀ ਹੈ। ਪੁਰਸ਼ਾਂ ਨੂੰ 24 ਮਿੰਟਾਂ ਵਿੱਚ 5 ਕਿਲੋਮੀਟਰ ਦੌੜਨਾ ਪਵੇਗਾ ਤੇ ਮਹਿਲਾ ਉਮੀਦਵਾਰਾਂ ਨੂੰ 8.5 ਮਿੰਟਾਂ ਵਿੱਚ 1.6 ਕਿਲੋਮੀਟਰ ਦੀ ਦੌੜ ਪੂਰੀ ਕਰਨੀ ਪਵੇਗੀ। ਦੌੜ ਪੂਰੀ ਹੋਣ ਤੋਂ ਬਾਅਦ ਵਾਰੀ ਆਉਂਦੀ ਹੈ ਸਰੀਰਕ ਮਾਪਦੰਡਾਂ ਦੀ ਜਾਂਚ ਯਾਨੀ ਪੀਐਸਟੀ ਦੀ। ਇਸ ਵਿੱਚ ਕੱਦ ਵਗੈਰਾ ਮਾਪਿਆ ਜਾਂਦਾ ਹੈ। ਜੇਕਰ ਆਮ ਵਰਗ ਦੀ ਗੱਲ ਕਰੀਏ ਤਾਂ ਪੁਰਸ਼ ਉਮੀਦਵਾਰਾਂ ਲਈ ਘੱਟੋ-ਘੱਟ ਕੱਦ 170 ਸੈਂਟੀਮੀਟਰ ਤੇ ਮਹਿਲਾ ਉਮੀਦਵਾਰਾਂ ਲਈ 157 ਸੈਂਟੀਮੀਟਰ ਹੋਣਾ ਲਾਜ਼ਮੀ ਹੈ। ਹਾਂ, ਪਰ ਕੱਦ ਦੇ ਮਾਮਲੇ ਵਿੱਚ ਵੀ ਛੋਟ ਹੈ। ਕੁਝ ਖਾਸ ਇਲਾਕਿਆਂ ਤੇ ਭਾਈਚਾਰਿਆਂ ਦੇ ਉਮੀਦਵਾਰਾਂ ਨੂੰ ਇਸ ਵਿੱਚ ਛੋਟ ਮਿਲਦੀ ਹੈ। ਜਿਵੇਂ ਆਪਾਂ ਇਸ ਟੇਬਲ ਵਿੱਚ ਦੇਖ ਸਕਦੇ ਹਾਂ, ਅਨੁਸੂਚਿਤ ਜਨਜਾਤੀ ਯਾਨੀ ਐਸਟੀ ਉਮੀਦਵਾਰਾਂ ਤੇ ਪਹਾੜੀ ਖੇਤਰਾਂ ਦੇ ਉਮੀਦਵਾਰਾਂ ਲਈ ਕੱਦ ਦੀਆਂ ਸ਼ਰਤਾਂ ਵਿੱਚ ਕਾਫੀ ਢਿੱਲ ਦਿੱਤੀ ਗਈ ਹੈ। ਤਾਂ ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਸਾਰੇ ਟੈਸਟ ਪਾਸ ਹੋ ਗਏ ਤਾਂ ਫਿਰ ਅੰਤਿਮ ਚੋਣ ਕਿਵੇਂ ਹੁੰਦੀ ਹੈ ਤੇ ਫੋਰਸ ਦੀ ਵੰਡ ਕਿਸ ਆਧਾਰ ਤੇ ਕੀਤੀ ਜਾਂਦੀ ਹੈ? ਚਲੋ ਇਸ ਨੂੰ ਸਮਝਦੇ ਹਾਂ। ਦੇਖੋ, ਇੱਕ ਗੱਲ ਬਿਲਕੁਲ ਸਾਫ਼ ਹੈ, ਅੰਤਿਮ ਮੈਰਿਟ ਲਿਸਟ ਸਿਰਫ ਤੇ ਸਿਰਫ ਕੰਪਿਊਟਰ ਟੈਸਟ ਵਿੱਚ ਹਾਸਲ ਕੀਤੇ ਨੰਬਰਾਂ ਦੇ ਆਧਾਰ ਤੇ ਹੀ ਬਣੇਗੀ। ਹਾਂ, ਜੇਕਰ ਕਿਸੇ ਕੋਲ ਐਨਸੀਸੀ ਦਾ ਸਰਟੀਫਿਕੇਟ ਹੈ ਤਾਂ ਉਸ ਦੇ ਬੋਨਸ ਨੰਬਰ ਜ਼ਰੂਰ ਜੋੜ ਦਿੱਤੇ ਜਾਣਗੇ।
ਇਸ ਤੋਂ ਬਾਅਦ ਮੈਰਿਟ ਵਿੱਚ ਰੈਂਕ ਤੇ ਉਮੀਦਵਾਰ ਵੱਲੋਂ ਭਰੀਆਂ ਗਈਆਂ ਫੋਰਸ ਦੀਆਂ ਤਰਜੀਹਾਂ ਯਾਨੀ ਪ੍ਰੈਫਰੈਂਸਸ ਦੇ ਹਿਸਾਬ ਨਾਲ ਪੋਸਟਿੰਗ ਮਿਲਦੀ ਹੈ। ਇਸੇ ਲਈ ਫੋਰਸ ਦੀ ਤਰਜੀਹ ਬਹੁਤ ਸੋਚ ਸਮਝ ਕੇ ਪੜ੍ਹਨੀ ਚਾਹੀਦੀ ਹੈ। ਠੀਕ ਹੈ, ਤਾਂ ਹੁਣ ਆਪਾਂ ਬਿਲਕੁਲ ਅਖੀਰ ਤੇ ਪਹੁੰਚ ਗਏ ਹਾਂ, ਪਰ ਜਾਣ ਤੋਂ ਪਹਿਲਾਂ ਆਓ ਕੁਝ ਸਭ ਤੋਂ ਜ਼ਰੂਰੀ ਨੁਕਤਿਆਂ ਤੇ ਇੱਕ ਆਖਰੀ ਨਜ਼ਰ ਮਾਰ ਲਈਏ ਤਾਂ ਕਿ ਕੋਈ ਵੀ ਗਲਤੀ ਦੀ ਗੁੰਜਾਇਸ਼ ਨਾ ਰਹੇ। ਕੁਝ ਗੱਲਾਂ ਨੇ ਜਿਨ੍ਹਾਂ ਨੂੰ ਦੁਬਾਰਾ ਯਾਦ ਕਰਨਾ ਬਹੁਤ ਜ਼ਰੂਰੀ ਹੈ। ਪਹਿਲੀ, ਡੋਮਿਸਾਈਲ ਦੀ ਜਾਣਕਾਰੀ ਬਿਲਕੁਲ ਸਹੀ ਹੋਣੀ ਚਾਹੀਦੀ ਹੈ, ਇੱਕ ਅੱਖਰ ਦਾ ਵੀ ਫਰਕ ਨਾ ਹੋਵੇ। ਦੂਜੀ, ਫੋਰਸ ਦੀਆਂ ਤਰਜੀਹਾਂ ਇੱਕ ਵਾਰ ਭਰ ਦਿੱਤੀਆਂ ਤਾਂ ਬਸ ਭਰ ਦਿੱਤੀਆਂ, ਉਹ ਬਾਅਦ ਵਿੱਚ ਬਦਲੀਆਂ ਨਹੀਂ ਜਾਣਗੀਆਂ। ਤੇ ਤੀਜੀ ਤੇ ਸਭ ਤੋਂ ਜ਼ਰੂਰੀ ਗੱਲ, ਆਖਰੀ ਤਰੀਕ ਦਾ ਇੰਤਜ਼ਾਰ ਬਿਲਕੁਲ ਨਹੀਂ ਕਰਨਾ, ਕਿਉਂਕਿ ਅਕਸਰ ਆਖਰੀ ਦਿਨਾਂ ਵਿੱਚ ਵੈਬਸਾਈਟ ਤੇ ਇੰਨਾ ਟ੍ਰੈਫਿਕ ਹੋ ਜਾਂਦਾ ਹੈ ਕਿ ਫਾਰਮ ਭਰਨਾ ਮੁਸ਼ਕਿਲ ਹੋ ਜਾਂਦਾ ਹੈ।